ਵਾਹਿਗੁਰੂ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਿਤਾ ਜੀਉ ਪਿੰਡ ਸਭ ਤੇਰਾ ਤੂੰ ਅੰਤਰਜਾਮੀ ਪੁਰਖ ਭਗਵਾਨ ਦਾਸਨ ਦਾਸ ਕਹਿ ਜਨ ਨਾਨਕ ਜਿਹਾ ਤੂੰ ਕਰਾਹੇ ਤਿਹਾ ਹਉ ਕਰੀ ਵਖਿਆਣ ਗੁਰ ਨਾਨਕ ਪਦ ਪੰਕਜ ਬੰਦਨ ਪਾਦ ਪੰਕਜ ਬੰਦਨ ਸਿਮਰੋ ਅੰਗਦ ਤੂਕ ਨਿਕੰਦਨ ਗੁਰ ਅਮਰਦਾਸ ਹਿਰਦੈ ਨਿਤ ਧਿਆਉ ਹਿਰਦੈ ਨਿਤ ਧਿਆਉ ਗੁਰ ਰਾਮਦਾਸ ਗੁਣ ਗਾਉ ਗੁਰ ਅਰਜਨ ਬਿਘਨ ਕੇ ਨਾਸਕ ਬਿਘਨ ਕੇ ਨਾਸਕ ਗੁਰ ਹਰਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ ਸ਼੍ਰੀ ਹਰਿ ਰਾਇ ਨਮੋ ਕਰ ਜੋਰੀ ਨਮੋ ਕਰ ਜੋਰੀ ਸ੍ਰੀ ਹਰਿ ਕ੍ਰਿਸ਼ਨ ਮਨਾ ਬਾਰੇ ਗੁਰੂ ਤੇਗ ਬਹਾਦਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ ਗੁਰ ਗੋਬਿੰਦ ਸਿੰਘ ਬਿਸਾਲਾ ਤਰੁਣ ਤਾਰਾ ਪਾਰ ਪੁਨ ਪੁਨ ਸੀਸਾ ਜੀ ਪੁਨ ਪੁਨ ਸੀਸਾ ਬੰਦੋ ਬਾਰ ਬਾਰ ਜਗਦੀਸ਼ਾ ਤਰੁਣ ਤਾਰਾ ਪਾਰ ਪੁਨ ਪੁਨ ਸੀਸਾ ਜੀ ਪੁਨ ਪੁਨ ਸੀਸਾ ਬੰਦੋ ਬਾਰ ਬਾਰ ਜਗਦੀਸ਼ਾ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ ਏਕ ਓੰਕਾਰ ਸਤਿਗੁਰੂ ਜੇ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਬਿਨਾਸਨ ਸੋਏ ਏਕ ਓੰਕਾਰ ਸਤਿਗੁਰੂ ਜੇ ਪ੍ਰਸਾਦ ਸਚ ਹੋਏ
ਵਾਹਿਗੁਰੂ ਜੀ ਕੀ ਫਤਿਹ ਹੈ। ਬਿਗਨ ਬਿਨਾਸਣ ਸੋਏ। ਵਾਹਿਗੁਰੂ ਜੀ ਇਮ ਕਹੈ ਆਪਣੇ ਪੌਰ ਰਖਾਇਓ। ਕੇਤਕ ਮਾਸਣ ਸਮਾਂ ਬਿਤਾਇਓ। ਗੁਰ ਬੱਚ ਸੰਗਲ ਸੰਗ ਰਹਿਓ ਹੈ। ਸ਼ੁੱਧਤ ਅਦਕ ਨਾ ਆਹਾਰ ਰਹਿਓ ਹੈ। ਪਰਮ ਸਨਮਾਨਯੋਗ ਸਤਿਗੁਰੂ ਚਵਰ ਛਤਰ ਤਖਤ ਦੇ ਮਾਲਕ ਹਾਜ਼ਰਾ ਹਜ਼ੂਰ ਜਹਰਾ ਜਹੂਰ ਸ਼ਬਦ ਗੁਰੂ ਜੁਗੋਂ ਜੁਗ ਅਟਲ ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਤਸੰਗੀ ਜਨੋ, ਆਪ ਜੀ ਵੱਡੇ ਭਾਗਾਂ ਵਾਲੇ ਹੋ ਜੋ ਸਤਿਕਾਰਯੋਗ ਪੂਜਨੀਕ ਧੰਨ ਮਾਤਾ ਰਾਜਕੌਰ ਜੀ ਦੇ ਪਾਵਨ ਸਥਾਨ ਗੁਰਦੁਆਰਾ ਮੰਜੀ ਸਾਹਿਬ ਵਿਖੇ ਸ਼ਾਮਾਂ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਹੋ। ਆਓ ਰੋਜ਼ਾਨਾ ਦੀ ਤਰ੍ਹਾਂ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਚੱਲ ਰਹੀ ਲੜੀਵਾਰ ਇਤਿਹਾਸ ਕਥਾ ਦੇ ਨਾਲ ਅਗਲੇਰੀ ਸਾਂਝ ਪਾਉਣ ਤੋਂ ਪਹਿਲਾਂ ਅਸੀਸ ਬਖਸ਼ਿਸ਼ ਕਰੋ ਜੀ। ਰਸਨਾ ਨੂੰ ਕਰੋ ਪਵਿੱਤਰ, ਜਿਤਨੇ ਵੀ ਜੁੜ ਬੈਠੇ ਹੋ ਲਵਾਓ ਹਾਜ਼ਰੀ ਆਪੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਮ ਕਹੈ ਆਪਣੇ ਭੌਰ ਰਖਾਇਓ। ਕੇਤਕ ਮਾਸਣ ਸਮਾਂ ਬਿਤਾਇਓ। ਕਵੀ ਰਾਜ ਕਵੀ ਸੰਤੋਖ ਸਿੰਘ ਜੀ ਅੱਗੇ ਲਿਖ ਰਹੇ ਨੇ ਕਿ ਜਿਵੇਂ ਕੱਲ੍ਹ ਪਿਛਲੇ ਪ੍ਰਕਰਨਾਂ ਵਿੱਚ ਆਪ ਜੀ ਨੇ ਸਰਵਣ ਕੀਤਾ ਸੀ ਕਿ ਤਈਆ ਤਪ ਹੈ ਜਿਹਨੇ ਇੱਕ ਮਾਈ ਦੇ ਪੁੱਤਰ ਨੂੰ ਮਾਰ ਮੁਕਾਇਆ, ਔਰ ਧੰਨ ਗੁਰੂ ਅਮਰਦਾਸ ਜੀ ਨੇ ਕਿਰਪਾ ਕੀਤੀ, ਉਸ ਮਾਈ ਦੇ ਪੁੱਤਰ ਨੂੰ ਜਿਉਂਦਾ ਕੀਤਾ। ਔਰ ਇਸ ਤਈਏ ਤਾਪ ਨੂੰ ਜਿਹਨੇ ਇੱਕ ਬਾਲਕ ਦਾ ਰੂਪ ਧਾਰਨ ਕੀਤਾ ਹੋਇਆ ਹੈ, ਹੱਥਾਂ ਪੈਰਾਂ 'ਚ ਸੰਗਲ ਮਾਰ ਕੇ ਇੱਕ ਲੋਹੇ ਦੇ ਪਿੰਜਰੇ ਵਿੱਚ ਕੈਦ ਕਰਕੇ ਆਪਣੇ ਦਰਵਾਜ਼ੇ ਦੇ ਵਿੱਚ ਰਖਾ ਦਿੱਤਾ ਹੈ। ਔਰ ਸਿੱਖਾਂ ਨੂੰ ਕਿਹਾ ਭਈ ਇਹਦੇ ਨੇੜੇ ਕੋਈ ਨਾ ਜਾਏ, ਇਹਨੂੰ ਖੋਲ੍ਹਣਾ ਨਹੀਂ, ਕੁਝ ਵੀ ਮੰਗੇ ਨੂੰ ਦੇਣਾ ਨਹੀਂ, ਕਿਉਂਕਿ ਇਹਦੀ ਖੁਰਾਕ ਜਿਹੜੀ ਕੁਝ ਹੋਰ ਤਰ੍ਹਾਂ ਦੀ ਹੈ। ਇੱਥੇ ਕਵੀ ਰਾਜ ਕਵੀ ਸੰਤੋਖ ਸਿੰਘ ਜੀ ਅੱਗੇ ਲਿਖ ਰਹੇ ਨੇ ਕਿ ਪਿੰਜਰੇ ਵਿੱਚ ਪਿਆ ਹੋਇਆ ਇਸ ਤਰ੍ਹਾਂ ਕੇਤਕ ਮਾਸ ਸਮਾਂ ਬਿਤਾਇਓ। ਕਈ ਮਹੀਨੇ ਲੰਘ ਗਏ। ਗੁਰ ਬੱਚ ਸੰਗਲ ਸੰਗ ਰਹਿਓ ਹੈ। ਸ਼ੁੱਧਤ ਅਦਕ ਨਾ ਆਹਾਰ ਰਹਿਓ ਹੈ। ਤੇ ਅਸਲ ਵਿੱਚ ਇਹ ਤਈਏ ਤਾਪ ਨੂੰ ਜਿਹੜੇ ਸੰਗਲ ਮਾਰੇ ਨੇ ਨਾ, ਇਹ ਸੰਗਲ ਤੇ ਇੱਕ ਸਮਝਾਉਣ ਦਾ ਤਰੀਕਾ ਹੈ ਕਿ ਕਿਸੇ ਬੱਚੇ ਨੂੰ ਜਿਵੇਂ ਸੰਗਲ ਮਾਰ ਕੇ ਬੰਨ੍ਹ ਲਈਏ, ਪਰ ਇਹ ਸੰਗਲ ਬਚਨਾਂ ਤੇ ਸਨ, ਕਿਤੇ ਲੋਹੇ ਦੇ ਨਹੀਂ। ਕਹਿੰਦੇ ਗੁਰ ਬੱਚ ਸੰਗਲ ਸੰਗ ਰਹੋ, ਗੁਰੂ ਦੇ ਬਚਨਾਂ ਰੂਪੀ ਸੰਗਲਾਂ ਨਾਲ ਬੱਝਾ ਰਿਹਾ। ਔਰ ਕਈ ਮਹੀਨੇ ਤੋਂ ਭੁੱਖਾ ਕੁਝ ਨਹੀਂ ਮਿਲਿਆ ਖਾਣ ਨੂੰ। ਦੂਰ ਲਾਭੇ ਅੰਗ ਹੋਏ ਬਹਿ ਗਇਓ। ਗੁਰ ਸਿੱਖਣ ਕੋ ਬੰਧਤ ਭਇਓ। ਹੁਣ ਕਈ ਮਹੀਨੇ ਜਦੋਂ ਖੁਰਾਕ ਨਹੀਂ ਮਿਲੀ, ਕਹਿੰਦੇ ਇਹਦੇ ਸਰੀਰ ਦੇ ਅੰਗ ਜਿਹੜੇ ਕਮਜ਼ੋਰ ਪੈ ਗਏ, ਦੁਰਲਭ ਹੋ ਗਏ। ਗੁਰੂ ਕਿਸੇ ਤੋਂ ਲੰਘਦੇ ਨੇ, ਆਉਂਦਿਆਂ ਜਾਂਦਿਆਂ ਨੂੰ ਹੱਥ ਜੋੜ ਕੇ ਨਮਸਕਾਰਾ ਕਰਦਾ, ਬੰਦਨਾ ਕਰਦਾ ਹੈ, ਬੇਨਤੀਆਂ ਕਰਦਾ ਹੈ। ਕੋ ਆਵੇ ਐਸੋ ਉਪਕਾਰੇ, ਮੋਹਿ ਮੁਚਾਵੇ ਕਰੁਣਾ ਧਾਰੇ। ਇਹ ਸਿੱਖਾਂ ਨੂੰ ਵਾਸਤੇ ਪਾਉਂਦਾ ਕਿ ਗੁਰੂ ਕੇ ਸਿੱਖੋ, ਮੈਂ ਤਾਂ ਸੁਣਿਆ ਸੀ ਕਿ ਗੁਰੂ ਕੇ ਸਿੱਖ ਪਰਉਪਕਾਰੀ ਬੜੇ ਹੁੰਦੇ ਨੇ, ਭਾਈ ਕੋਈ ਮੇਰੇ 'ਤੇ ਵੀ ਪਰਉਪਕਾਰ ਕਰ ਲਓ, ਕੋਈ ਮੇਰੇ 'ਤੇ ਵੀ ਦਇਆ ਕਰਕੇ ਮੈਨੂੰ ਵੀ ਛਡਾ ਦਿਓ। ਪਰ ਜੋ ਕੋਈ ਸਿੱਖ ਉੱਥੋਂ ਦੇ ਰਹਿਣ ਵਾਲੇ ਸਨ, ਉਹਨਾਂ ਨੂੰ ਤਾਂ ਪਤਾ ਸੀ ਕੌਣ ਹੈ, ਕਿ ਇਹਦੇ 'ਤੇ ਪਰਉਪਕਾਰ ਕਰਨਾ ਮਤਲਬ ਕਈਆਂ ਦਾ ਨੁਕਸਾਨ ਕਰਨਾ। ਨਿਕਟ ਕਦੀਮੇ ਸੇਵਕ ਜੋਏ,
लखे दुखत हित कहे न सोए। ਹੁਣ ਜਿਹੜੇ ਪੁਰਾਣੇ ਸੇਵਕ ਪਾਸ ਰਹਿੰਦੇ ਸਨ ਉਹ ਵੇਖਦੇ ਤੇ ਸਨ ਕਿ ਦੁਖੀ ਬੜਾ ਹੈ, ਪਰ ਨਾਲ ਇਹ ਵੀ ਜਾਣਦੇ ਸੀ ਕਿ ਇਹ ਕੋਈ ਬੱਚਾ ਨਹੀਂ ਹੈ, ਬੜੀ ਵੱਡੀ ਬਲਾ ਹੈ, ਤਈਆ ਤਾਪ ਹੈ। ਦੁਖੀ ਨੂੰ ਵੇਖਦੇ ਸਨ ਪਰ ਕਹਿੰਦੇ ਕੁਝ ਨਹੀਂ ਸਨ। ਡੱਲੇ ਗ੍ਰਾਮ ਵਿਖੇ ਸਿੱਖ ਜਈ ਗੁਰ ਦਰਸ਼ਨ ਹਿਤ ਆਏ ਸਈ। ਕਹਿੰਦੇ ਕੁਝ ਮਹੀਨਿਆਂ ਤੋਂ ਬਾਅਦ ਡੱਲੇ ਪਿੰਡ ਦੇ ਜਿਹੜੇ ਸੇਵਕ ਨੇ, ਸਿੱਖ ਨੇ, ਉਹ ਸਤਿਗੁਰੂ ਧੰਨ ਗੁਰੂ ਅਮਰਦਾਸ ਜੀ ਦੇ ਦਰਸ਼ਨਾਂ ਵਾਸਤੇ ਆਏ। ਆਪਰ ਅਘੋਰ ਨਿਕੇਤ ਪ੍ਰਕਾਰਾ ਸਿਰ ਸਤਿਗੁਰ ਮੁਖ ਕਮਲ ਨਿਹਾਰਾ। ਸਿੱਖ ਸੰਗਤਾਂ ਨੇ ਆ ਕੇ ਸਤਿਗੁਰੂ ਦੇ ਦਰਸ਼ਨ ਕੀਤੇ, ਲੰਗਰ ਵਿੱਚੋਂ ਪ੍ਰਸ਼ਾਦਾ ਛਕਿਆ, ਅਨੇਕਾਂ ਤਰ੍ਹਾਂ ਦੀਆਂ ਭੇਟਾਂ ਦੇ ਕੇ ਗੁਰੂ ਸਾਹਿਬ ਦੇ ਕਮਲ ਵਰਗੇ ਸੋਹਣੇ ਮੁਖ ਨੂੰ ਵੇਖਦੇ ਨੇ, ਦਰਸ਼ਨ ਕਰਦੇ ਨੇ। ਕਰ ਕਰ ਬੰਦਨ ਬੈਠਨ ਜਿਕਾ ਬੋਲੇ ਗੁਰੂ ਕੀਰਾ ਰਮਣੀਕਾ। ਇਹ ਡੱਲੇ ਪਿੰਡ ਦੀ ਸੰਗਤ ਜਿੰਨੀ ਆਈ ਨਮਸਕਾਰ ਕਰ ਕਰਕੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਬੈਠ ਗਈ। ਜਦੋਂ ਸਾਰੇ ਬੈਠ ਗਏ ਨੇ, ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਬੜੇ ਮਿੱਠੇ ਬਚਨ ਕਹੇ। ਕੁਸ਼ਲ ਆਨੰਦ ਸਭਨ ਮੋਹ ਹੈ, ਮੇਲ ਸਭ ਸੰਗਤ ਕੋ ਰਸ ਲਹੇ। ਸਤਿਗੁਰੂ ਜੀ ਕਹਿੰਦੇ ਨੇ, ਭਾਈ ਡੱਲੇ ਵਾਲਿਓ, ਭਾਈ ਸਿੱਖ ਸੰਗਤੋ, ਸਾਰੇ ਆਨੰਦ ਮੰਗਲ ਹੋ, ਆਨੰਦ ਮੰਗਲ ਵਿੱਚ ਹੋ, ਰਾਜੀ ਬਾਜੀ ਹੋ। ਸਾਰੇ ਸੰਗਤ ਕਰਦੇ ਹੋ, ਸੰਗਤ ਵਿੱਚ ਮਿਲ ਕੇ ਰਸ ਲੈਂਦੇ ਹੋ ਨਾਮ ਦਾ। ਡੱਲੇ ਮਹਿ ਸਿੱਖ ਸੇਵਕ ਮੇਰੇ, ਪਾਰੋ ਲਾਲੋ ਆਦ ਵਡੇਰੇ। ਸਤਿਗੁਰੂ ਜੀ ਕਹਿੰਦੇ ਨੇ, ਭਾਈ ਡੱਲੇ ਵਿੱਚ ਸਾਰੇ ਸਾਡੇ ਸਿੱਖ ਨੇ, ਬੜੇ ਪਿਆਰੇ ਸਿੱਖ ਨੇ, ਔਰ ਉਹਨਾਂ ਦੇ ਵਿੱਚ ਭਾਈ ਪਾਰੋ ਤੇ ਭਾਈ ਲਾਲੋ ਇਹ ਆਦ ਵਡੇਰੇ। ਇਹਨਾਂ ਨੂੰ ਕਹਿ ਲਏ ਕਿ ਇਹ ਵੱਡੇ ਸਿੱਖ ਨੇ। ਇਹਨਾਂ ਨੂੰ ਗੁਰੂ ਸਾਹਿਬ ਜੀ ਨੇ ਪ੍ਰਚਾਰਕ ਬਣਾਇਆ, ਮੰਜੀਆਂ ਦਿੱਤੀਆਂ। ਨਿਤ ਪ੍ਰਤ ਮੋਕੋ ਅਤਿਸ਼ੈ ਪਿਆਰੇ, ਜਿਨ ਮਿਲ ਬੋ ਨਰ ਹੋਰ ਉਧਾਰੇ। ਸਤਿਗੁਰੂ ਜੀ ਕਹਿੰਦੇ ਨੇ, ਭਾਈ ਪਾਰੋ ਤੇ ਭਾਈ ਲਾਲੋ ਇਹ ਅਤ ਪਿਆਰੇ ਨੇ, ਪਿਆਰੇ ਸਿੱਖ ਸਾਰੇ ਨੇ। ਪਰ ਇਹ ਅਤ ਦੇ ਪਿਆਰੇ ਇਸ ਕਰਕੇ ਨੇ ਕਿਉਂਕਿ ਇਹਨਾਂ ਨੂੰ ਮਿਲਣ ਦੇ ਨਾਲ ਕਈਆਂ ਨੇ ਹੋਰ ਸਿੱਖੀ ਮਾਰਗ ਧਾਰਨ ਕੀਤਾ, ਕਈਆਂ ਦਾ ਉਧਾਰ ਹੋਇਆ। ਇਹ ਕਹਿ ਲਈਏ ਕਿ ਭਾਈ ਪਾਰੋ ਤੇ ਭਾਈ ਲਾਲੋ ਇਹ ਆਪ ਤੇ ਤਰੇ ਨੇ, ਇਹਨਾਂ ਨੇ ਆਪਣੇ ਨਾਲ ਹੋਰ ਕਈਆਂ ਨੂੰ ਉਤਾਰ ਲਿਆ ਹੈ। ਸੁਣ ਲਾਲੋ ਕਰ ਜੋਰ ਬਖਾਨੀ, ਬਖਸ਼ੋ ਆਪਣੀ ਸੰਗਤ ਜਾਨੀ। ਇਹ ਸੁਣ ਕੇ ਭਾਈ ਲਾਲੋ ਨੇ ਹੱਥ ਜੋੜੇ ਬੇਨਤੀ ਕੀਤੀ, ਤੇ ਭਾਈ ਲਾਲੋ ਕਹਿੰਦਾ ਕਿ ਸਤਿਗੁਰੂ ਜੀ ਇਹ ਸਾਰੀ ਸੰਗਤ ਆਪ ਜੀ ਦੀ ਹੈ, ਤੇ ਆਪ ਹੀ ਕਿਰਪਾ ਕਰਕੇ ਸਾਰੀ ਸੰਗਤ ਨੂੰ ਬਖਸ਼ੋ। ਇਹ ਸਿੱਖੀ ਦੀ ਦਾਤ ਜਿਹਨੂੰ ਬਖਸ਼ੋ ਤੁਸੀਂ ਆਪ ਹੀ ਬਖਸ਼ ਦਿਓ। ਜੋ ਕਛ ਹੈ ਪ੍ਰਤਾਪ ਤੁਮਾਰਾ, ਹਮ ਸਮ ਬਪਰੇ ਕਹਾ ਵਿਚਾਰਾ। ਤੇ ਸਤਿਗੁਰੂ ਜੀ ਜੇ ਪਿੰਡ ਡੱਲੇ ਦੇ ਵਿੱਚ ਬਹੁਤ ਸਾਰੇ ਸਿੱਖ ਬਣੇ ਨੇ, ਨਾਲ ਦੇ ਪਿੰਡਾਂ ਵਿੱਚ ਸਿੱਖ ਬਣੇ ਨੇ, ਇਹ ਸਾਰੇ ਤੁਹਾਡੇ ਪ੍ਰਤਾਪ ਕਰਕੇ ਬਣੇ ਨੇ। ਅਸੀਂ ਵਿਚਾਰੇ ਕੀ ਹੈ ਕਿ ਕਿਸੇ ਨੂੰ ਸਿੱਖ ਬਣਾ ਸਕੀਏ, ਕਿਸੇ ਨੂੰ ਪਾਰ ਕਰ ਸਕੀਏ, ਅਸੀਂ ਤਾਂ ਤੁਹਾਡੇ ਦਾਸ ਹਾਂ। ਇਹ ਬਖਸ਼ਿਸ਼ ਤੇ ਸਾਰੀ ਤੁਹਾਡੀ ਕਿਰਪਾ ਨਾਲ ਸਿੱਖ ਬਣੇ ਨੇ। ਇਤਿਆਦਿਕ ਬਚ ਸੁਣ ਅਰ ਕਹਿ ਕੇ, ਇੱਕ ਦੋਏ ਦਿਵਸ ਬਤਾਏ ਰਹਿ ਕੇ। ਇਤਿਆਦਿਕ ਇਸ ਤਰ੍ਹਾਂ ਦੇ ਕੁਝ ਬਚਨ ਬਲਾਸ ਗੁਰੂ ਸਾਹਿਬ ਜੀ ਨੇ ਕਹੇ, ਕੁਝ ਸੁਣੇ। ਡੱਲੇ ਪਿੰਡ ਦੀਆਂ ਸੰਗਤਾਂ ਨੇ 1-2 ਦਿਨ ਰਹਿ ਕੇ ਉੱਥੇ ਬਤੀਤ ਕੀਤੇ ਨੇ। ਆਵਤ ਜਾਤ ਪਿੰਜਰਾ ਹੇਰਾ, ਬਾਲਕ ਦੁਰਲਭ ਬੀਚ ਵਡੇਰਾ। ਹੁਣ ਡੱਲੇ ਦੀਆਂ ਸੰਗਤਾਂ ਆਉਂਦੀਆਂ ਜਾਂਦੀਆਂ ਉਸ ਪਿੰਜਰੇ ਵੱਲ ਵੇਖਦੀਆਂ ਨੇ, ਕਿਉਂਕਿ ਜਿਹੜਾ ਸਰੀਰ ਹੈ ਉਹ ਇੱਕ ਬਾਲਕ ਦਾ ਧਾਰਨ ਕੀਤਾ ਹੈ। ਵੇਖਦੀਆਂ ਨੇ ਇੱਕ ਬੱਚਾ ਹੈ ਪਰ ਕਮਜ਼ੋਰ ਬੜਾ ਹੈ, ਔਰ ਇਹਨੂੰ ਪਿੰਜਰੇ ਵਿੱਚ ਕਿਉਂ ਪਾਇਆ ਹੈ। 1-2 ਦਿਨ ਤੇ ਵਿਚਾਰ ਕਰਦੇ ਨੇ, ਕੋਈ ਨਾ ਕੋਈ ਸ਼ਰਾਰਤ ਕਰਦਾ ਹੋਣਾ, ਵੱਡੀ ਸ਼ਰਾਰਤ ਕਰਦਾ ਹੋਣਾ। ਗੁਰੂ ਸਾਹਿਬ ਨੇ ਪਿੰਜਰੇ 'ਚ ਪਾਇਆ, ਕਿਹਾ ਨਹੀਂ ਕਿਸੇ ਨੇ ਕੁਝ, ਪਰ ਆਉਂਦੇ ਜਾਂਦੇ ਵੇਖਦੇ ਨੇ। ਦੇਖ ਕਣੀ ਕਰਣਾ ਮਨਿਆਈ, ਸਤਿਗੁਰ ਕੇ ਟਿਕ ਜਾਏ ਸੁਣਾਈ। ਹੁਣ ਜਦੋਂ ਸਿੱਖਾਂ ਨੇ ਵੇਖਿਆ, ਉਹਨਾਂ ਵਿੱਚ ਭਾਈ ਲਾਲੋ
ਡੱਲੇ ਦੀਆਂ ਸੰਗਤਾਂ ਬੜੀ ਅੰਦਰ ਦਇਆ ਆਈ, ਤਰਸ ਆਇਆ ਕਿ ਛੋਟਾ ਜਿਹਾ ਬੱਚਾ ਹੈ, ਬੜਾ ਕਮਜ਼ੋਰ ਹੋਇਆ ਪਿਆ ਹੈ। ਇਹਨਾਂ ਨੇ ਸਤਿਗੁਰੂ ਦੇ ਚਰਨਾਂ ਵਿੱਚ ਜਾ ਕੇ ਬੇਨਤੀ ਕੀਤੀ, ਮਹਾਰਾਜ ਇਸ ਕਰੋ ਖਲਾਸੀ, ਦੁਰਬਲ ਅਦਕ ਲਹਿ ਦੁਖ ਰਾਸੀ। ਸਤਿਗੁਰੂ ਜੀ ਇਸ ਬੱਚੇ ਦੀ ਮਹਾਰਾਜ ਖਲਾਸੀ ਕਰੋ, ਇਹਨੂੰ ਪਿੰਜਰੇ ਵਿੱਚ ਪਾਇਆ, ਬੜਾ ਕਮਜ਼ੋਰ ਹੋਇਆ, ਦੁਰਲਭ ਹੋਇਆ ਪਿਆ ਹੈ। ਇਹ ਜੇ ਕੁਝ ਦਿਨ ਹੋਰ ਰਿਹਾ ਤਾਂ ਕਿਤੇ ਮਰ ਹੀ ਨਾ ਜਾਵੇ। ਭਇਓ ਦੇਨ ਕਰ ਜਹੂਰ ਦਿਖਾਵੇ, ਛੁੱਟ ਪੇ ਕਾਰਨ ਬਿਨੈ ਸੁਣਾਵੇ। ਸਤਿਗੁਰੂ ਜੀ ਉਹ ਬਾਲਕ ਤਰਲੇ ਲੈਂਦਾ ਹੈ, ਹੱਥ ਜੋੜ ਕੇ ਦੀਨ ਹੋ ਕੇ ਸਾਰਿਆਂ ਨੂੰ ਇਸ ਤਰ੍ਹਾਂ ਵਿਖਾ ਰਿਹਾ ਕਿ ਜਿਵੇਂ ਮੇਰੇ ਪ੍ਰਾਣ ਨਿਕਲ ਜਾਣੇ ਨੇ। ਸਾਰਿਆਂ ਦੇ ਕੋਲ ਬੇਨਤੀ ਕਰ ਰਿਹਾ, ਕੋਈ ਮੇਰਾ ਭਲਾ ਕਰੋ, ਕੋਈ ਮੈਨੂੰ ਛਡਾਓ। ਛਡਾਉਣ ਦੇ ਵਾਸਤੇ ਉਹ ਤਰਲੇ ਲੈ ਰਿਹਾ ਹੈ, ਛੁੱਟਣ ਵਾਸਤੇ। ਤਬ ਸ੍ਰੀ ਅੰਬਰ ਕਹਿਓ ਛੁਡਵਾਓ, ਸੰਗ ਆਪਣੇ ਲੈ ਕਰ ਜਾਓ। ਸਤਿਗੁਰੂ ਜੀ ਕਹਿੰਦੇ ਨੇ, ਭਾਈ ਲਾਲੋ ਜੀ ਵੇਖ ਲਓ, ਤੁਸੀਂ ਬੇਨਤੀ ਕੀਤੀ ਹੈ ਕਿਉਂਕਿ ਤੁਸੀਂ ਮੇਰੇ ਰੂਪ ਹੋ, ਤੁਹਾਨੂੰ ਮੈਂ ਗੁਰਸਿੱਖ ਪ੍ਰਚਾਰਕ ਸਥਾਪਿਆ ਹੈ। ਤੁਹਾਡੀ ਬੇਨਤੀ ਨੂੰ, ਤੁਹਾਡੇ ਬਚਨਾਂ ਨੂੰ ਮੈਂ ਮੋੜ ਨਹੀਂ ਸਕਦਾ, ਛਡਾ ਨਾ ਜਾਓ, ਖੋਲ ਦਿਓ। ਪਰ ਗੁਰੂ ਸਾਹਿਬ ਜੀ ਕਹਿੰਦੇ ਨੇ, ਭਾਈ ਇਹਨੂੰ ਇੱਥੇ ਨਹੀਂ ਰਹਿਣ ਦੇਣਾ, ਆਪਣੇ ਨਾਲ ਹੀ ਲੈ ਜਾਓ। ਤੁਹਾਨੂੰ ਤਰਸ ਜ਼ਿਆਦਾ ਹੈ, ਇਹਨੂੰ ਆਪਣੇ ਨਾਲ ਹੀ ਲੈ ਜਾਓ। ਹਮਰੇ ਦਿਸ਼ਾ ਬਹੁਰ ਨਹਿ ਆਵੈ, ਮਿਲੇ ਸਜਾਏ ਥਰਿਓ ਪਛਤਾਵੈ। ਤੇ ਸਤਿਗੁਰੂ ਜੀ ਕਹਿੰਦੇ ਨੇ, ਨਾਲੇ ਇਹਨੂੰ ਭਾਈ ਕਹਿ ਦਿਓ ਕਿ ਅੱਜ ਤੋਂ ਬਾਅਦ ਸਾਡੇ ਵਾਲੇ ਪਾਸੇ ਨਹੀਂ ਆਉਣਾ, ਇਸ ਨਗਰ ਗੋਇੰਦਵਾਲ ਵਿੱਚ ਤੇ ਬਿਲਕੁਲ ਨਹੀਂ ਆਉਣਾ। ਹੁਣ ਸਜ਼ਾ ਮਿਲੀ, ਪਛਤਾ ਰਿਹਾ ਹੈਗਾ, ਜੇ ਭੁੱਲ ਭੁਲੇਖੇ ਆ ਗਿਆ ਤਾਂ ਹੋਰ ਜ਼ਿਆਦਾ ਮਿਲੇਗੀ। ਇਹ ਆਗਿਆ ਸਤਿਗੁਰੂ ਕੇ ਲੀਨ, ਆਏ ਖਲਾਸੇ ਤਤ ਛਿਨ ਕੀਨ। ਕਿਉਂਕਿ ਭਾਈ ਲਾਲੋ ਅੰਦਰ ਦਇਆ ਬਹੁਤ ਹੈ, ਪਰ ਸੱਚਮੁੱਚ ਇਹ ਨਹੀਂ ਜਾਣਦਾ ਕਿ ਇੱਕ ਕੇਵਲ ਵੇਖਣ ਨੂੰ ਬਾਲਕ ਲੱਗਦਾ ਹੈ, ਬੜਾ ਪਿਆਰਾ ਲੱਗਦਾ ਸੀ, ਪਰ ਜਦੋਂ ਨੇ ਆਪਣਾ ਆਪ ਵਿਖਾਉਣਾ ਫਿਰ ਪਤਾ ਲੱਗਣਾ ਕਿ ਕੀ ਹੈ। ਭਾਈ ਲਾਲੋ ਨੇ ਤਤ ਛਿਨ ਉਸੇ ਵੇਲੇ ਆ ਕੇ ਪਿੰਜਰਾ ਖੋਲ੍ਹਿਆ, ਉਹਦੀ ਬੰਦ ਖਲਾਸੀ ਕੀਤੀ। ਗੁਰ ਤੇ ਵਿਦਾ ਹੋਏ ਸਭ ਚਾਲੇ, ਤਿਸ ਬਾਲਕ ਕੋ ਲੈਨ ਸਨਾਲੇ। ਪਿੰਜਰਾ ਖੋਲ ਕੇ ਭਾਈ ਲਾਲੋ ਕਹਿੰਦਾ ਵੀ ਹੁਣ ਤੂੰ ਸਾਡੇ ਨਾਲ ਹੀ ਜਾਣਾ ਹੈ। ਗੁਰੂ ਸਾਹਿਬ ਤੋਂ ਵਿਦਿਆ ਲਈ ਔਰ ਉਹਨੂੰ ਬਾਲਕ ਸਮਝ ਕੇ ਭਾਈ ਲਾਲੋ ਡੱਲੇ ਦੀਆਂ ਸੰਗਤਾਂ ਨਾਲ ਲੈ ਕੇ ਚੱਲ ਪਈ ਹੈ। ਪਹੁੰਚੇ ਕੇਤਕ ਕੋਸ ਜਬ ਜਾਏ, ਤੇਈਆ ਤਾਪ ਸ਼ੁੱਧ ਬਿਕਲਾਏ। ਹੁਣ ਜਦੋਂ ਗੋਬਿੰਦਵਾਲ ਸਾਹਿਬ ਤੋਂ ਨਿਕਲੇ, ਕਈ ਕੁ ਅੱਗੇ ਨਿਕਲ ਗਏ। ਤੀਏ ਨੇ ਦੇਖਿਆ ਕਿ ਹੁਣ ਗੋਬਿੰਦਵਾਲ ਸਾਹਿਬ ਦੀ ਜੂਹ ਤੋਂ ਬਹੁਤ ਅੱਗੇ ਸੀ, ਦੂਰ ਨਿਕਲ ਆਏ। ਇਹ ਤਈਆ ਧੁੱਪ ਦੇ ਨਾਲ ਬੜਾ ਵਿਆਕੁਲ ਹੋ ਰਿਹਾ ਹੈ, ਬੜੀ ਇਹਨੂੰ ਭੁੱਖ ਲੱਗੀ। ਲਾਲੋ ਸੰਗ ਕਹਿਓ ਕਰ ਜੋਰ, ਬਹੁਤ ਚਲਬੇ ਕੋ ਨਹਿ ਮਮਜੂਰ। ਇਹ ਹੱਥ ਜੋੜ ਕੇ ਭਾਈ ਲਾਲੋ ਨੂੰ ਕਹਿੰਦਾ ਕਿ ਇਹ ਗੁਰੂ ਕੇ ਸਿੱਖਾ, ਤੂੰ ਮੇਰੇ ਤੇ ਬੜਾ ਵੱਡਾ ਪਰਉਪਕਾਰ ਕੀਤਾ ਹੈ, ਪਰ ਹੁਣ ਅੱਗੇ ਤੁਰਨ ਦੀ ਮੇਰੇ ਕੋਲ ਤਾਕਤ ਨਹੀਂ ਰਹੀ ਕਿ ਕਈ ਦਿਨਾਂ ਤੋਂ ਕਿ ਕਈ ਮਹੀਨਿਆਂ ਤੋਂ ਭੁੱਖਾ ਅੱਗੇ ਨਹੀਂ ਚੱਲ ਸਕਦਾ। ਭੁੱਖ ਅਧਿਕ ਲਾਗੀ ਤਨ ਮੇਰੇ, ਬਿਨ ਆਹਾਰ ਦਿਨ ਬਿਤੇ ਕਨੇਰੇ। ਕਿ ਗੁਰੂ ਕੇ ਸਿੱਖਾ ਬੜੀ ਭੁੱਖ ਲੱਗੀ ਹੈ, ਕਿਉਂਕਿ ਭੋਜਨ ਤੋਂ ਬਿਨਾਂ, ਮੇਰੀ ਖੁਰਾਕ ਤੋਂ ਬਿਨਾਂ ਕਈ ਦਿਨ ਕੀ ਕਈ ਮਹੀਨੇ ਬੀਤ ਗਏ ਨੇ। ਦੇਹੋ ਆਗਿਆ ਮੈਂ ਅਬ ਤ੍ਰਿਪਤਾਹੂੰ, ਪੁਣ ਤੋਰਣ ਤੁਮ ਸਾਥ ਸਿਧਾਹੂੰ। ਭਾਈ ਲਾਲੋ ਨੂੰ ਕਹਿੰਦਾ ਕਿ ਮੇਰੇ ਤੇ ਕਿਰਪਾ ਕਰੋ, ਮੈਨੂੰ ਆਗਿਆ ਦਿਓ, ਮੈਂ ਕੁਝ ਖਾ ਲਵਾਂ। ਆਪਣੀ ਖੁਰਾਕ ਖਾ ਕੇ, ਕੁਝ ਖਾ ਕੇ ਤੁਰਤ ਤੁਹਾਡੇ ਨਾਲ ਹੀ ਰਲ ਜਾਵਾਂਗਾ, ਜਾਵਾਂਗਾ ਤੁਹਾਡੇ ਨਾਲ ਹੀ, ਰਵਾਂਗਾ ਤੁਹਾਡੇ ਹੁਕਮ ਵਿੱਚ ਹੀ। ਸੁਣ ਲਾਲੋ ਕਰ ਦਇਆ ਉਚਾਰੀ, ਆਗੇ ਚੱਲ ਹੈ ਗ੍ਰਮ ਮਝਾਰੀ। ਭਾਈ ਲਾਲੋ ਜੀ ਫਿਰ ਦਇਆ ਦੇ ਘਰ ਵਿੱਚ ਆਏ ਨੇ ਤੇ ਕਹਿੰਦੇ, ਬੇਟਾ ਕੋਈ ਗੱਲ ਨਹੀਂ ਬਾਲਕਾ, ਆਹ ਨੇੜੇ ਪਿੰਡ ਆ ਗਿਆ ਹੈ, ਸਾਹਮਣੇ ਨਜ਼ਰ ਆ ਰਿਹਾ, ਕੋਈ ਦੂਰ ਨਹੀਂ, ਪਿੰਡ ਦੇ ਵਿੱਚ ਚੱਲਦੇ। ਪਹਿਤ ਚੂਣ ਲੈ ਬਹੁਤ ਪਕਾਵੇ, ਨਿੱਕੇ ਰੇਤ ਤੋਹੇ ਤ੍ਰਿਪਤਾਵੇ। ਉੱਥੇ ਆਟਾ ਤੇ ਸੋਹਣੇ ਲੰਬੇ ਲੰਬੇ ਚੌਲ
सिख संगतां जिहड़ियां ने सेवा बड़ियां करदियां ने। उत्थे खीर बनेगी, कड़ाह बनेगा, प्रशादे बनणगे। जिंदे भी घर जावांगे सामने छका देना है। सामने पिंड पे उत्थे तैनूं रज के छकावांगे, जिन्ना छकना उन्ना छक ली। नहीं दूर कछ नेरे जान, मन भावत कीजे तह खान। हुण भाई लालो कहते ने कोई दूर नहीं, सामने पिंड दिस रहा, कोई बहुता दूर नहीं, थोड़ा जो होर चलना है। तो उत्थे मन भावता जिन्ना खाना उन्ना खाई। पुन तज कोले संग सिधारै, सने सने चल नाहे नहारै। भाई लालो जी कहते ने तेनों तो इस पिंड विचों जरूर छकावांगे, जिन्ना खाना उन्ना खाई, पर तेनों नाल लैके जावांगे, उत्थे रज के खाई, कोल बैठांगे। पर हुण हौली हौली कर, हिम्मत ना हार, हौली हौली करके चल, पिंड पहुंचीए। सुन बालक तब बाक बखाना, मम आहार अब है इस थाना। हुण क्योंकि अंग बालक तो है नहीं सी, भाई लालो नूं कहंदा कि पिंड विच मेरी खुराक नहीं, पिंड विच जिहड़ा खीर कड़ा बनना वो तो तुसीं खा लिओ, मेरी खुराक तो इत्थे, मैनूं तो भोजन इत्थों मिल जाना, पिंड हजे दूर नज़र आ रहा है। तुम आग्या बिन छको न खाए, कहो तुरत ही है तृपताए। हुण ये बच्चा कहता कि भाई लालो जी कि मेरी खुराक, मेरा भोजन तो मैनूं नज़र आ रहा इत्थे हैगा, पर तुहाडे हुक्म तो बिना मैं खा नहीं सकता। तुसीं हुक्म करो, तुरत तुहाडे वेखदे वेखदे बस बहुता समय नहीं लाउणा, 2 मिनट विच ही रज जाना है। 2 मिनट रुको, मैनू हुक्म करो, आग्ञा करो तो मैं खावां। सहज सुभायक लालो कहियो, तृप्तावो आहार जह लहियो। हुण भाई लालो जी भोले ने, सहज सुभा कह दिता कि भाई जा, जे तेनू किते नज़र आउंदा, की नज़र आउंदा है? भाई लालो समझदे ने कोई रुख नज़र आया होना, कोई फ्रूट नज़र आया होना, फल नज़र आया होना, कि जे तेनू किते नज़र आउंदा खाण पीण दा समान, जा खाया रजिया। करे मात्रा हम ठहरन करै, पुनः विचले तोहे संग धरै। भाई लालो जी कहते हैं भाई असीं घड़ी को रुक जन्ने, असीं इत्थे बैठने, घड़ी को रुकने, तू जा खाया जिथे किते खाना है, पर तेनू नाल लैके जाना, आ छेती जाई। तह धोबी एक बस्त्र पखारै, जल निचोर शुष्कण को डारै। कहते उत्थे एक तलाब ते धोबी कपड़े धो रहे सी, कपड़े धोण तो बाद उन्होंने निचोड़ के वो ਜਿਹੜੀਆਂ ਝਾੜੀਆਂ ने, ਝਾੜੀਆਂ ਦੇ ਉੱਤੇ ਸੁਕਾਉਣ वास्ते सुकड़े पा रहे सी, झाड़ झाड़ के कपड़े पा रहे सी। जब लालो ते आग्या लीन, तत सेन चढ़बो तिस तन कीन। व जदों भाई लालो को आग्या नहीं, भाई लालो कहते ने जा भाई खाया, बस पता ही नहीं लग्या कि कदों उस धोबी कोल पहुँच गया, चंबड़ गया जाके धोबी नूं। रतैया जदों चढ़दा है फिर हालत बुरी करता है कि तन जिहड़ा है, शरीर हड्ड टुटदे ने, ठंड लगदी, कंबनी चढ़ती है, शरीर कंबदा है। भयो कंप धोबे गिर परियो, सर्ब शरीर पीर भो करियो। हुण कई महीनों तो बाद आया सी, बड़ा भुखा सी ते चढ़िया इन्ने जोर नाल आके धोबी नूं कि धोबी कंबदा होया। ਜਿਹੜੇ हड्ड पैर इन्ने टुटे कि हड्डां पैरों की पीड़ बर्दाश्त नहीं कर सकिया, ये बेहोश हो के धरती ते डिग पिया। रुद्र निचोर लीन तब ऐसे, वस्त्र निचोरत जल को जैसे। हुण जिवें धोबी कपड़े निचोड़ के पा रहे सी सुकने, इस तईये ने धोबी नूं निचोड़ दिते 1 मिनट विच, उनका खून निचोड़िया। क्योंकि तईया जो चढ़ता ताप अंदरों तपाउंदा ही है ना, खून ही पींदा है। तह कट फूर ठीकरा भरियो, लालो निकट लिया करियो। कहते उतों उन्हें तईये ने एक घड़ा तोड़िया, उनका ठीकरा लिया, धोबी का खून निचोड़ के जो ठीकरे च पा लिया।
ਪੀਤਾ ਨਹੀਂ। ਨਾਲ ਲੈ ਕੇ ਆਇਆ, ਭਾਈ ਲਾਲੋ ਦੇ ਸਾਹਮਣੇ ਖਲੋ ਗਿਆ ਤੇ ਭਾਈ ਲਾਲੋ ਨੂੰ ਕਹਿੰਦਾ ਆਹ ਦੇਖ, ਇਹ ਭੋਜਨ ਮੈਨੂੰ ਪਿੰਡ ਵਿੱਚੋਂ ਥੋੜ੍ਹੀ ਮਿਲਣਾ ਸੀ, ਮੇਰੀ ਖੁਰਾਕ ਤੇ ਇਹ ਹੈ। ਰੁਦਰ ਨਿਚੋਰ ਲੈਣ ਤਬ ਐਸੇ, ਲੱਗਿਓ ਦਿਖਾਵਣ ਲਿਹੋ ਨਿਹਾਰ, ਇਸ ਪ੍ਰਕਾਰ ਕੋ ਮੂਰ ਆਹਾਰ। ਹੁਣ ਇਹ ਜਦੋਂ ਬੱਚੇ ਨੇ ਵਿਖਾਇਆ ਕਿ ਇਹ ਵੇਖ ਲਓ ਮੇਰਾ ਖਾਣਾ, ਮੇਰਾ ਆਹਾਰ ਇਵੇਂ ਦਾ ਹੈ, ਇਹ ਖੀਰ, ਇਹ ਕੜਾ, ਇਹ ਪੂੜੇ ਪੂੜੀਆਂ, ਇਹ ਤਾਂ ਤੁਹਾਡੇ ਖਾਣ ਜੋਗੀਆਂ ਨੇ, ਮੇਰੀ ਖੁਰਾਕ ਤੇ ਇਹੀ ਹੈ। ਚਿਰੰਕਾਲ ਤੇ ਸ਼ੁੱਧਤ ਪਿਸਾਲਾ, ਪਾਣ ਕਰੂੰ ਤ੍ਰਿਪਤੋਂ ਇਸ ਕਾਲਾ। ਤੇ ਨਾਲੇ ਤਈਆ ਕਹਿੰਦਾ ਕਿ ਬੜੇ ਲੰਮੇ ਸਮੇਂ ਤੋਂ ਭੁੱਖਾ ਸੀ, ਕਈ ਮਹੀਨੇ ਹੋ ਗਏ ਨੇ, ਹੁਣ ਇਹਨੂੰ ਪੀਵਾਂਗਾ ਤਾਂ ਰੱਜਾਂਗਾ, ਤ੍ਰਿਪਤ ਹੋਵਾਂਗਾ, ਇੱਕ ਵਾਰੀ ਰੱਜ ਜਾਵਾਂਗਾ, ਕਈ ਮਹੀਨੇ ਫਿਰ ਨਿਕਲ ਜਾਣੇ ਨੇ। ਕਿਰਪਾ ਆਪ ਕੇ ਮੋਹਿ ਬਚਾਇਓ, ਬੜ ਬੰਧਨ ਤੇ ਖੋਲ ਬਚਾਇਓ। ਨਾਲੇ ਇਹ ਤਈਆ ਹੱਥ ਜੋੜ ਕੇ ਕਹਿ ਰਿਹਾ ਹੈ ਕਿ ਹੱਥ 'ਚੋਂ ਖੂਨ ਵਾਲਾ ਖੱਪਰ ਫੜਿਆ ਹੈ, ਖੱਪਰ ਦੇ ਨਾਲ ਦੂਸਰਾ ਹੱਥ ਲਾ ਕੇ ਕਹਿੰਦਾ ਕਿ ਬੜੀ ਕਿਰਪਾ ਕੀਤੀ ਤੁਸੀਂ, ਬੜਾ ਪਰਉਪਕਾਰ ਕੀਤਾ ਮੇਰੇ 'ਤੇ, ਕਿ ਮੈਨੂੰ ਉਸ ਗੁਰੂ ਸਾਹਿਬ ਦੇ ਬੰਧਨਾਂ ਤੋਂ, ਸੰਗਲਾਂ ਤੋਂ ਛੁਡਾ ਲਿਆ ਹੈ। ਸੁਣ ਆਰ ਪਿਖ ਲਾਲੋ ਉਰ ਤਰਾਸਾ, ਗਹਿਓ ਪਿੰਜਰੇ ਵਿਖੇ ਨਿਕਾਸਾ। ਇਹ ਸੁਣ ਕੇ ਵੇਖ ਕੇ ਭਾਈ ਲਾਲੋ ਤੇ ਡਰ ਗਏ, ਡੱਲੇ ਦੀਆਂ ਸੰਗਤਾਂ ਡਰ ਗਈਆਂ ਕਿ ਜਿਹਨੂੰ ਅਸੀਂ ਪਿਆਰਾ ਜਿਹਾ ਬੱਚਾ ਸਮਝਦੇ ਸੀ ਤੇ ਬੜੀ ਵੱਡੀ ਬਲਾ ਨਿਕਲੀ। ਸਮਝ ਆ ਗਏ ਨੇ, ਦੱਸ ਦਿੱਤਾ ਕਿ ਮੈਂ ਤਈਆ ਹਾਂ, ਕੋਈ ਬਾਲਕ ਨਹੀਂ, ਬੱਚਾ ਨਹੀਂ। ਹੁਣ ਇਹ ਵੇਖ ਕੇ ਭਾਈ ਲਾਲੋ ਦੇ ਅੰਦਰ ਵੀ ਇੱਕ ਡਰ ਪੈਦਾ ਹੋ ਗਿਆ ਕਿ ਜੇ ਗੁਰੂ ਸਾਹਿਬ ਨੇ ਪਿੰਜਰੇ 'ਚ ਬੰਦ ਕੀਤਾ ਸੀ, ਕੋਈ ਨਾ ਕੋਈ ਕਾਰਨ ਹੀ ਸੀ। ਬੇਨਤੀ ਕਰਕੇ ਇਹਨੂੰ ਨਾਲ ਲੈ ਤੇ ਆਇਆ, ਪਰ ਇਹ ਬੜੀ ਵੱਡੀ ਬਲਾ ਸਿਆਪਾ ਪਾ ਲਿਆ ਹੈ। ਬੜੇ ਬੁਲਾਏ ਨਾ ਮੈਂ ਕੁਛ ਜਾਨਾ, ਸੰਗ ਕਰੂਰ ਕਰਮਾ ਅਬਿਆਨਾ। ਇਹਨੂੰ ਬੱਚਾ ਸਮਝਿਆ ਸੀ ਤੇ ਬੜੀ ਵੱਡੀ ਬਲਾ ਨਿਕਲੀ, ਇਹਦੇ ਤੇ ਕਰਮ ਬੜੇ ਕਰੂਰ ਨੇ, ਇਹ ਤੇ ਦੁਸ਼ਟ ਹੈ ਕਿ ਇਹਨੂੰ ਮੈਂ ਆਪਣੇ ਨਾਲ ਲੈ ਆਇਆ, ਹੁਣ ਇਹ ਸਿਆਪਾ ਤੇ ਆਪਣੀ ਜਾਨ ਨੂੰ ਪਾ ਲਿਆ ਹੈ। ਕਹਿਣ ਲੱਗਿਓ ਚੱਲ ਹੱਥ ਗੁਰ ਪੌਰ, ਮੈਂ ਨਾ ਲਿਜਾਵਾਂ ਆਪਣੀ ਠੌਰ। ਭਾਈ ਲਾਲੋ ਬਾਹ ਤੋਂ ਫੜ ਕੇ ਕਹਿੰਦੇ ਨੇ ਹੁਣੇ ਵਾਪਸ ਚੱਲ ਗੋਬਿੰਦਵਾਲ ਸਾਹਿਬ, ਫਿਰ ਮੈਂ ਨਹੀਂ ਤੈਨੂੰ ਆਪਣੇ ਨਾਲ ਲਿਜਾ ਸਕਦਾ, ਨਾ ਉਸ ਪਿੰਡ 'ਚ ਜਾ ਕੇ ਸਿਆਪਾ ਪਾਉਣਾ ਹੈ, ਪਿੰਡ ਵਾਲੇ ਨੂੰ ਤੰਗ ਕਰੇਗਾ, ਵਾਪਸ ਚੱਲ ਗੁਰੂ ਦੇ ਕੋਲ ਉਸ ਪਿੰਜਰੇ ਵਿੱਚ ਛੱਡ ਕੇ ਆਵਾਂ। ਜੀਵਨ ਕੋ ਦੁਖਦਾਇਕ ਪਾਪੇ, ਵਿਆਕੁਲ ਕਰੇ ਮਹਾ ਸੰਤਾਪੇ। ਤੂੰ ਤੇ ਜੀਵਨ ਨੂੰ, ਮਨੁੱਖੀ ਜੀਵਨ ਨੂੰ ਦੁੱਖ ਦੇਣ ਵਾਲਾ ਦੁਖਦਾਈ ਹੈ, ਵੱਡਾ ਪਾਪੀ ਹੈ। ਕਿਆ ਦੇਖ ਧੋਬੀ ਦੀ ਹਾਲਤ ਇੱਕੋ ਮਿੰਟ 'ਚ ਇਵੇਂ ਦੀ ਕਰ ਦਿੱਤੀ, ਤੇ ਜਿਹਨੂੰ ਕਈ ਕੇ ਦਿਨ ਜਾ ਕੇ ਚੜ੍ਹਦਾ ਹੋਵੇਗਾ ਉਹਦਾ ਹਾਲ ਕੀ ਹੁੰਦਾ ਹੋਵੇਗਾ। ਖੂਨ ਨਿਚੋੜ ਕੇ ਪੀਣਾ ਹੈ। ਗੁਰ ਰਾਖेंगे कैद में जहारे, कहा रुद्र को पाए आहारे। जे तेरा भोजन, तेरा आहार बंदे का, मनुख का खून है, फिर तू गुरु के पिंजरे 'ਚ ठीक है, गुरु साहब जी पिंजरे 'ਚ रखणगे, फिर किसका खून पी लेगा, फिर खुराक कितों लेगा, फिर तो तू उस कैद में पिया ही ठीक है, ਜਾਂ मरे ही ठीक है। सुन तेया चित अतिशय त्रासा, नाहे नाहे जाओ अबे गुर पासा। क्योंकि भाई लालो के बचनों में भी गुरु साहब के बचन ने, भाई लालो जो कुछ कहते हैं उन्होंने बचन को कोई टाल नहीं सकता। पहलों इनू वेख के सुन के भाई लालो डरिया, हुण भाई लालो के बचन सुन के तैया डर गया कि वापस उस पिंजरे 'ਚ हाथ जोड़ के बेनती करके कहता हुण उस पिंजरे 'ਚ ना लैके जाई, क्योंकि मेरे ते तुसीं परोपकार किया, तुहाडे हुक्म नूं मैं कदे मोड़ नहीं सकता, पर बेनती उस पिंजरे विच ना लैके जाई। मैं तुमरे बाकण अनुसारे, जिम उचरो सो करो हुंकारे। ये तैया कहता भाई लालो जी नूं कि मैं तुहाडे बचनां दे बिल्कुल अनुसार हाँ, तुसीं जिवें कहोगे मैं उवें करांगा, जिहड़ा काम कहोगे उही करांगा, पर वापस पिंजरे विच ना छड्डिओ।
ਵਾਪਸ ਗੋਬਿੰਦਵਾਲ ਸਾਹਿਬ ਨਾਲ ਲੈ ਕੇ ਆਇਓ, ਕਿਉਂਕਿ ਗੁਰੂ ਸਾਹਿਬ ਨੂੰ ਤੋਂ ਬਚਨ ਕਰਕੇ ਵੀ ਭੇਜਿਆ ਸੀ, ਵਾਪਸ ਇੱਧਰ ਨਹੀਂ ਆਉਣਾ ਚਾਹੀਦਾ। ਅਬ ਤੇ ਆਗੇ ਇਹ ਪ੍ਰਸੰਗ, ਜਿਸ ਵੇਦ ਹੋਇਓ ਹਮ ਤੁਮ ਸੰਗ। ਤੇ ਜਦੋਂ ਭਾਈ ਲਾਲੋ ਜੀ ਕਹਿੰਦੇ ਨੇ ਤੂੰ ਤੇ ਗੁਰੂ ਕੇ ਸਿੱਖਾਂ ਨੂੰ ਦੁਖੀ ਕਰੇਗਾ, ਮਨੁੱਖਾਂ ਦਾ ਖੂਨ ਪੀਏਗਾ, ਤੇ ਇਸ ਤਈਏ ਨੇ ਫਿਰ ਹੱਥ ਜੋੜ ਕੇ ਕਿਹਾ ਕਿ ਮੈਂ ਤੁਹਾਡੇ ਹੁਕਮ ਤੋਂ ਬਾਹਰ ਕਦੇ ਨਹੀਂ ਜਾਵਾਂਗਾ, ਪਰ ਮੈਨੂੰ ਵਾਪਸ ਨਾ ਛੱਡਿਓ। ਹਾਂ, ਇੱਕ ਕੰਮ ਹੋ ਸਕਦਾ ਕਿ ਅੱਜ ਤੋਂ ਬਾਅਦ ਇਹ ਜਿਹੜਾ ਪ੍ਰਸੰਗ ਤੁਹਾਡੇ ਤੇ ਮੇਰੇ ਵਿੱਚ ਹੋਇਆ, ਜਿਵੇਂ ਤੁਸੀਂ ਮੈਨੂੰ ਪਿੰਜਰੇ ਵਿੱਚੋਂ ਲੈ ਕੇ ਆਏ, ਜਿਵੇਂ ਮੈਂ ਧੋਬੀ ਨੂੰ ਚੜ੍ਹਿਆ ਤੇ ਧੋਬੀ ਦਾ ਖੂਨ ਪੀਤਾ, ਤੁਹਾਡੇ ਨਾਲ ਜਿੰਨਾ ਪ੍ਰਸੰਗ ਮੇਰਾ ਹੋਇਆ ਨਾ, ਕਹੇ ਕਥਾ ਕੋ ਸੁਣੇ ਸੁਣਾਵੈ, ਸ੍ਰੀ ਗੁਰ ਅਮਰ ਨਾਮ ਕੋ ਧਿਆਵੈ। ਇਹ ਕਥਾ ਜੇ ਕੋਈ ਕਹੇਗਾ, ਜੇ ਕੋਈ ਸੁਣੇਗਾ, ਜੇ ਮੈਂ ਕਿਸੇ ਨੂੰ ਚੜ੍ਹਿਆ ਵੀ ਹੋਵਾਂਗਾ। ਔਰ ਕੱਲ੍ਹ ਵੀ ਬੇਨਤੀ ਕੀਤੀ ਸੀ, ਤਈਆ ਤਾਪ, ਤੀਜੇ ਦਿਨ ਚੜ੍ਹਨ ਵਾਲਾ, ਜਿਹਨੂੰ ਆਪ ਪਿੰਡਾਂ ਵਿੱਚ ਆਪਾਂ ਕਹਿੰਦੇ ਹੁੰਦੇ ਸਵਾਰੀ ਦਾ ਬੁਖਾਰ, ਇੱਕ ਦਿਨ ਚੜ੍ਹਨਾ, ਦੂਜੇ ਦਿਨ ਛੱਡ ਦੇਣਾ, ਤੀਜੇ ਦਿਨ ਫਿਰ ਚੜ੍ਹ ਜਾਣਾ। ਔਰ ਇਹ ਕਥਾ ਆਮ ਪਿੰਡਾਂ ਵਿੱਚ ਸੁਣਾਈ ਵੀ ਜਾਂਦੀ ਸੀ ਕਿ ਇਹ ਕਥਾ ਜਿਹੜਾ ਕੋਈ ਕਹੇਗਾ, ਜਿਹੜਾ ਕੋਈ ਸੁਣੇਗਾ ਜਾਂ ਸੁਣਾਵੇਗਾ, ਤੇ ਧੰਨ ਸ਼੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਨੂੰ ਧਿਆਏਗਾ, ਸ਼੍ਰੀ ਗੁਰੂ ਅਮਰ ਨਾਮ ਕੋ ਧਿਆਵੈ। ਤਹਾਂ ਨਾ ਮੈਂ ਦੁਖ ਦੇਹੁ ਵਿਸਾਲਾ, ਸੁਣ ਪ੍ਰਸੰਗ ਗਮਣੋ ਤਤਕਾਲਾ। ਭਾਈ ਲਾਲੋ ਜੀ, ਮੇਰਾ ਆਪ ਜੀ ਦੇ ਨਾਲ ਵਾਅਦਾ ਹੈ ਕਿ ਉੱਥੇ ਮੈਂ ਕਦੇ ਜਾ ਕੇ ਦੁੱਖ ਨਹੀਂ ਦਿਆਂਗਾ, ਜਿਹੜਾ ਕਥਾ ਨੂੰ ਸੁਣੇਗਾ ਸੁਣਾਏਗਾ। ਇਸ ਪ੍ਰਸੰਗ ਨੂੰ ਸੁਣਦਿਆਂ ਨਾਲ ਜੇ ਮੈਂ ਕਿਸੇ ਨੂੰ ਚੜ੍ਹਿਆ ਵੀ ਹੋਵਾਂਗਾ, ਉਸੇ ਵੇਲੇ ਛੱਡ ਕੇ ਭੱਜ ਜਾਵਾਂਗਾ, ਔਰ ਉਸ ਤਨ ਤੇ ਦੁਬਾਰੇ ਆਵਾਂਗਾ ਵੀ। ਕਰਣਾ ਕਰੋ ਸੋਰ ਅਬ ਜਾਵੋ, ਨਿਜ ਉਪਕਾਰ ਕਰਿਓ ਨਾ ਮਿਟਾਵੋ। ਹੁਣ ਇਹ ਤਈਆ ਭਾਈ ਲਾਲੋ ਦੇ ਅੱਗੇ ਹੱਥ ਜੋੜਦਾ ਹੈ ਕਿ ਮੇਰੇ ਤੇ ਜੇ ਪਰਉਪਕਾਰ ਤੁਸੀਂ ਕੀਤਾ ਹੈ ਨਾ, ਇਸ ਪਰਉਪਕਾਰ ਨੂੰ ਹੁਣ ਮਿਟਾਇਓ ਨਾ, ਵਾਪਸ ਨਾ ਲਿਓ, ਮੇਰੇ ਤੇ ਕਿਰਪਾ ਕਰੋ, ਇੱਥੇ ਛੱਡ ਜਾਓ, ਨਾਲ ਨਹੀਂ ਲਿਜਾਣਾ, ਤੁਸੀਂ ਜਾਓ। ਪਰ ਇਹ ਮੇਰਾ ਵਾਅਦਾ ਹੈ, ਜਿਹੜਾ ਗੁਰੂ ਸਾਹਿਬ ਨੂੰ ਧਿਆਏਗਾ, ਗੁਰੂ ਸਾਹਿਬ ਦੇ ਇਹਨਾਂ ਬਚਨਾਂ ਨੂੰ ਸੁਣੇਗਾ ਸੁਣਾਏਗਾ, ਉੱਥੇ ਮੈਂ ਨਹੀਂ ਜਾਵਾਂਗਾ। ਬਿਨਾਂ ਸੁਣੇ ਲਾਲੋ ਤਜ ਗਇਓ, ਗੁਰੂ ਕੈਦ ਤੇ ਛੁਟਤ ਭਇਓ। ਔਰ ਤਈਆ ਤੇ ਕਿ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਤੇ ਇੰਨੀ ਕਿਰਪਾ ਕੀਤੀ ਹੈ। ਆਪਾਂ ਸਤਿਗੁਰੂ ਦੇ ਪਾਵਨ ਬਚਨ ਰੋਜ਼ ਪੜ੍ਹਦੇ ਹਾਂ, ਦੁੱਖ ਰੋਗ ਸੰਤਾਪ ਉਤਰੇ। ਤੇ ਕਦੋਂ ਉਤਰਦੇ ਨੇ ਜੀ? ਜਦੋਂ ਸੁਣੀ ਸੱਚੀ ਬਾਣੀ। ਔਰ ਉਹ ਤਈਆ ਕਹਿੰਦਾ ਗੁਰੂ ਅਮਰਦਾਸ ਨੂੰ ਧਿਆਏਗਾ, ਕੋਈ ਗੁਰੂ ਅਮਰਦਾਸ ਜੀ ਦਾ ਨਾਮ ਲਵੇਗਾ, ਇਸ ਪ੍ਰਸੰਗ ਨੂੰ ਸੁਣੇਗਾ ਸੁਣਾਏਗਾ, ਛੱਡ ਕੇ ਭੱਜ ਜਾਵਾਂਗਾ। ਔਰ ਸਤਿਗੁਰੂ ਜੀ ਕਹਿੰਦੇ ਨੇ ਤਈਆ ਤੇ ਕੀ ਚੀਜ਼ ਹੈ? ਸੁਣ ਕੇ ਜਮ ਕੇ ਦੂਤ ਨਾਏ ਤੇਰੇ ਛੱਡ ਜਾਏ। ਸਤਿਗੁਰੂ ਜੀ ਤੁਹਾਡੇ ਨਾਮ ਨੂੰ ਛੁੱਟ ਕੇ ਤੇ ਜਮਾਂ ਦੇ ਦੂਤ ਵੀ ਜਿਹੜੇ ਨੇ ਸੁਣ ਕੇ ਛੱਡ ਕੇ ਭੱਜ ਜਾਂਦੇ ਨੇ। ਇਹ ਤਈਏ ਵਰਗੇ ਰੋਗ ਤੇ ਬਿਮਾਰੀ ਇਹ ਨੇੜੇ ਤੇੜੇ ਕਿੱਥੇ ਆਵੇਗੀ? ਹੁਣ ਇਸ ਤਈਏ ਨੇ ਇਹ ਬੇਨਤੀ ਕੀਤੀ ਕਿ ਮੈਂ ਨੇੜੇ ਨਹੀਂ ਰਵਾਂਗਾ, ਜਿੱਥੇ ਗੁਰੂ ਦਾ ਨਾਮ ਆ ਜਾਏਗਾ, ਜਿੱਥੇ ਗੁਰੂ ਦਾ ਸਿੱਖ ਨਾਮ ਲੈਂਦਾ ਹੋਵੇਗਾ, ਜੇ ਆ ਵੀ ਜਾਵਾਂਗਾ ਭੁੱਲ ਭੁਲੇਖੇ ਛੱਡ ਕੇ ਚਲੇ ਜਾਵਾਂਗਾ। ਇਹ ਸੁਣ ਕੇ ਭਾਈ ਲਾਲੋ ਦੇ ਮਨ ਵਿੱਚ ਫਿਰ ਦਇਆ ਆਈ। ਬਿਨਾਂ ਸੁਣੇ ਲਾਲੋ ਤਜ ਗਇਓ, ਗੁਰੂ ਕੈਦ ਤੇ ਛੁਟਤ ਭਇਓ। ਇਸ ਤਰ੍ਹਾਂ ਭਾਈ ਲਾਲੋ ਨੇ ਦਇਆ ਕੀਤੀ, ਇਸ ਤਈਏ ਨੂੰ ਗੁਰੂ ਦੀ ਕੈਦ ਵਿੱਚੋਂ ਵੀ ਛਡਾਇਆ, ਉੱਥੇ ਛੱਡ ਕੇ ਚਲੇ ਗਏ। ਬਹੁਰ ਨਾ ਗੋਬਿੰਦ ਵਾਲ ਪ੍ਰਵੇਸ਼ਾ, ਸੁਣੇ ਨਾਮ ਡਰ ਧਾਰ ਵਿਸ਼ੇਸ਼ਾ। ਕਹਿੰਦੇ ਨੇ ਬਾਅਦ ਵਿੱਚ ਪਰਤ ਕੇ ਉਸ ਤੋਂ ਲੈ ਕੇ ਅੱਜ ਦਿਨ ਤੱਕ ਵੀ, ਜਦੋਂ ਤੱਕ ਕਥਾ ਲਿਖੀ ਗਈ ਹੈ, ਕਵੀ ਸੰਤੋਖ ਸਿੰਘ ਜੀ ਕਹਿੰਦੇ ਨੇ ਗੋਬਿੰਦਵਾਲ ਸਾਹਿਬ ਨੇ ਇਹ ਤਈਆ ਕਿਸੇ ਨੂੰ ਨਹੀਂ ਹੋਇਆ। ਇਹ ਤਈਆ ਉਸ ਦਿਨ ਤੋਂ ਲੈ ਕੇ ਗੋਬਿੰਦਵਾਲ ਸਾਹਿਬ ਤੇ ਕਦੇ ਨਹੀਂ ਗਿਆ। ਔਰ ਗੁਰੂ ਸਾਹਿਬ ਦਾ ਨਾਮ ਜਿੱਥੇ ਵੀ ਲਿਆ ਜਾਂਦਾ ਹੈ, ਸੁਣੇ ਨਾਮ ਡਰ ਧਾਰ ਵਿਸ਼ੇਸ਼ਾ, ਇਹ ਉੱਥੋਂ ਡਰਦਾ ਹੈ। ਔਰ ਕੇਵਲ ਤਈਆ ਨਹੀਂ, ਉਹ ਗੁਰੂ ਸਾਹਿਬ ਜੀ ਕਹਿੰਦੇ ਨੇ ਕਿ ਇਵੇਂ ਦੇ ਨੇੜੇ ਤੇੜੇ ਬਿਮਾਰੀ ਆਵੇਗੀ ਨਹੀਂ।
जिन्हें गुरु के नाम को जपिया है, धन गुरु अर्जन देव जी के पावन बचन ने कि ताती वाह न लग गई पार ब्रह्म शरणाई। जो शरण गुरु की परमेश्वर की लईए फिर ये बुखार वर्गे रोग तो की इत्थे ते काम क्रोध लोभ मोह हंकार वर्गे जिहड़े विकार ने जो गुरु के नाम के कार वज जाते हैं ना, फिर ये भी नेड़े नहीं आते, जमा के दूत भी नेड़े नहीं टुकते। इस प्रकार सब रोग डराए गुर पर बिकै ना फेर उपाए। ते कवि संतोख सिंह जी ते इस अध्याय को खत्म करते अखीर ते लिखते हैं कि धन गुरु अमरदास सच्चे पातशाह ने उत्थे किरपा की इस ढंग दे नाल। ये तैये नूं ते एक डरावा दिता। तैया के कहते इस प्रकार सब रोग डराए, सारे रोगों के अंदर डर पैदा कर दिता कि गोबिंदवाल सब जाना है। तो इस तैये का प्रसंग जरूर चेते कर ली, उत्थे जाके साडे नाल बनना की है। कहते गुरपुर बिकै ना फेर उपाए। इस तैये ने ना होर किसी बीमारी ने इस गोबिंदवाल साहब दोबारे परत के फिर कदे फेरा पाया नहीं। इत्थे कविराज ने यह अध्याय खत्म किया है और अगला अध्याय जिहड़ा है वो आपां कल शुरू करांगे। सतगुरु जी कृपा करना जी। इतनी बेनती प्रवान करनी है, 1-2 मिनट होर जिहड़े ने समा धन गुरु अमरदास सच्चे पातशाह नूं आपां ध्यान दईए, फिर समाप्ति है जी। वाहे गुरु वाहे गुरु